सब मजहबां ਦੀਆਂ ਧਰਮ ਪੁਸਤਕਾਂ ਨੇ ਸ਼ਬਦ ਨੂੰ ਹੀ ਸ੍ਰਿਸ਼ਟੀ ਦਾ ਕਰਤਾ ਮੰਨਿਆ ਹੈ। ਹਿੰਦੂਆਂ ਦੇ ਵੇਦ ਦੱਸਦੇ ਹਨ ਕਿ ਨਾਦ ਤੋਂ 14 ਭਵਨ ਬਣੇ। ਨਾਦ ਮਤਲਬ ਸ਼ਬਦ। ਕੁਰਾਨ ਸ਼ਰੀਫ ਵਿੱਚ ਕਲਮੇ ਤੋਂ 14 ਤਬਕਾ ਬਣਨ ਦਾ ਜ਼ਿਕਰ ਹੈ। ਕਲਮਾ ਮਤਲਬ ਸ਼ਬਦ। ਈਸਾਈਆਂ ਦੀ ਧਰਮ ਪੁਸਤਕ ਜੈਨਾਂ ਦੀ ਇੰਜੀਲ ਵਿੱਚ ਵੀ ਸ਼ਬਦ ਦੀ ਉਤਪਤੀ ਦਾ ਵਰਣਨ ਦਾਸ ਕਰ ਹੀ ਰਿਹਾ ਹੈ ਕਿ ਆਦਿ ਵਿੱਚ ਸ਼ਬਦ ਸੀ। ਦਾਸ ਤਾਂ ਦੱਸ ਰਿਹਾ ਹੈ ਕਿ ਬਾਈਬਲ ਵਿੱਚ ਬਿਲਕੁਲ ਕਲੀਅਰ ਕੀਤਾ ਹੈ। ਸੋ ਗੁਰੂ ਨਾਨਕ ਸਾਹਿਬ ਆਦਿ ਗ੍ਰੰਥ ਸਾਹਿਬ ਵਿੱਚ ਪੰਨਾ 1279 ਤੇ ਫਰਮਾ ਰਹੇ ਹਨ ਕਿ ਆਪਣੇ ਆਪ ਸਾਜ ਆਪ ਪਛਾਣਿਆ, ਅੰਬਰ ਧਰਤ ਵਿਸੋੜ ਚੰਦੋਆ ਤਾਣਿਆ, ਵਿਣ ਥੰਮਾ ਗਗਨ ਰਹਾਏ, ਸ਼ਬਦ ਨਿਸ਼ਾਣਿਆ, ਸੂਰਜ ਚੰਦ ਪਾਏ, ਜੋਤ ਸਮਾਣਿਆ। ਸ਼ਬਦ ਦਾਸ ਸ਼ਬਦ ਦੀ ਮਹਿਮਾ ਦੇ ਗੁਣ ਇਸ ਕਰਕੇ ਗਾ ਰਿਹਾ ਹੈ ਕਿ ਬਈ ਧਰਮਾਂ ਵਾਲੇ ਤਾਂ ਆਪਣਾ ਕੰਮ ਕਰ ਰਹੇ ਨੇ, ਉਹ ਤਾਂ ਧਰਮਾਂ ਦੀ ਪ੍ਰਕਿਰਿਆ ਹੈ, ਪਰ ਅਸਲ ਗੱਲ ਜੋ ਜਾਣਨੀ ਹੈ ਅਸੀਂ ਜਾਣਨੀ ਹੈ ਕਿ ਪਰਮੇਸ਼ਰ ਕੀ ਹੈ, ਕਿੱਥੇ ਰਹਿੰਦਾ ਹੈ। ਜਦ ਕਿ ਪਰਮੇਸ਼ਰ ਸ਼ਬਦ ਸਰੂਪ ਹੈ। ਸ਼ਬਦ ਨਾਲ ਕੇਵਲ ਉਤਪਤੀ ਹੀ ਨਹੀਂ ਸਗੋਂ ਪਰਲੇ ਵੀ ਇਸ ਦੇ ਅੰਦਰ ਹੀ ਹੁੰਦੀ ਹੈ ਔਰ ਫਿਰ ਦੁਬਾਰਾ ਸ੍ਰਿਸ਼ਟੀ ਦੀ ਹੋਂਦ ਵਿੱਚ ਆਣਾ ਇਹ ਸ਼ਬਦ ਕਰਕੇ ਹੀ ਹੈ। ਤੀਸਰੀ ਪਾਤਸ਼ਾਹੀ ਫਰਮਾ ਰਹੇ ਹਨ, ਉਤਪਤੀ ਪਰਲੋ ਸੱਦੇ ਹੋਵੇ, ਸੱਦੇ ਹੀ ਫਿਰ ਉਤਪਤ ਹੋਵੇ। ਕਬੀਰ ਸਾਹਿਬ ਆਪਣੀ ਬਾਣੀ ਵਿੱਚ ਇਸ ਸ਼ਬਦ ਨੂੰ ਦੋ ਤਰ੍ਹਾਂ ਦਾ ਦੱਸ ਰਹੇ ਹਨ, ਮਤਲਬ ਯਾਰੀ ਔਰ ਅੰਤਰੀਵ। ਯਾਰੀ ਬਾਹਰ ਔਰ ਅੰਤਰੀਵ। ਯਾਰੀ ਸ਼ਬਦ ਵਰਣਾਤਮਕ ਹੈ, ਭਾਵ ਬਾਹਰ ਬੋਲਣ ਸੁਣ ਲਈ ਹੈ। ਅੰਤਰੀਵ ਧੁਨ ਆਤਮਿਕ ਹੈ, ਭਾਵ ਸਾਨੂੰ ਸਾਡੇ ਅੰਦਰ ਧੁਨਾਂ ਵਿੱਚ ਸੁਣਾਈ ਦੇ ਰਿਹਾ ਹੈ। ਸ਼ਬਦ ਹੀ ਮਾਰੇ ਮਰ ਗਏ, ਸ਼ਬਦ ਹੀ ਤਜਿਆ ਰਾਜ, ਜੋ ਇਹ ਸ਼ਬਦ ਵੇਖਿਆ ਤਾ ਕਾ ਸਰਿਆ ਕਾਜ। एक शब्द सुख राम है, एक शब्द दुख रास, एक शब्द आशा बंदी, शब्द ही करे निराश। कबीर साहब कह रहे हैं। सो सारे ही बाहरी धर्मां दियां धर्म पुस्तकां, धर्म ग्रंथ और धर्म पुस्तकां इस शब्द की ही सिफत सलाह और उस्तत विच कह रही हैं कि शब्द नाल धरती अते आकाश बने हैं। शब्द ਦੇ ਪ੍ਰਕਾਸ਼ ਨਾਲ ਹੀ ਸੂਰਜ ਚੰਦ ਦਾ ਪ੍ਰਕਾਸ਼ ਹੈ। ਸ਼ਬਦ ਨਾਲ ਸਾਰੀ ਸ੍ਰਿਸ਼ਟੀ ਬਣੀ ਹੈ। ਸ਼ਬਦ ਹੀ ਹਰ ਘਟ ਵਿੱਚ ਵਾਸ ਕਰੀ ਬੈਠਾ ਹੈ। ਸ਼ਬਦ ਕਰਤਾ ਕਰਤਾਰ ਪਰਮੇਸ਼ਰ ਹੈ, ਈਸ਼ਵਰ ਹੈ, ਗॉड ਹੈ। ਸ਼ਬਦ ਹੀ ਈਸ਼ਵਰ ਅੱਲਾਹ गॉड ਖੁਦਾ ਹੈ। ਸ਼ਬਦ ਸਾਰੀ ਸ੍ਰਿਸ਼ਟੀ ਨੂੰ ਲਈ ਖੜਾ ਹੈ। ਸ਼ਬਦ ਸੱਚਾ ਸੁੱਚਾ ਔਰ ਉੱਚਾ ਹੈ। शब्द उत्पत्ति और परलो करने वाला है। शब्द ही अमृत सार है। शब्द चारे युगां विच वरत रहा है। शब्द सार पदार्थ है। शब्द हुक्म और नाम है। शब्द महारस मिठा है। शब्द विच अटुट भंडार समाये हुए हैं। शब्द ही उत्तम और अपरंपार है। शब्द सर्वव्यापक है, ऑल प्रोवाइडिंग है। शब्द विच तुनकार है, साउंड प्रिंसिपल है। शब्द साडे अंदर है, साडे अंतरीव है। शब्द नाल साडे अंदर प्रकाश हुंदा है। शब्द दे अनेकां ही फलन। शब्द हउमे रोग दी औषधि है। शब्द दी सोझी नाल मन और मत दियां तरंगां रुक जांदियां हन। शब्द नाल काम क्रोध लोभ मोह हंकार आसा तृष्णा रजो तमो ਚੋਂ ਨਿਕਲ ਜਾਈਦਾ ਹੈ। ਸ਼ਬਦ ਨਾਲ ਸਾਡੇ ਅੰਦਰਲੀ ਮੈਲ ਖਤਮ ਹੋ ਜਾਂਦੀ ਹੈ ਔਰ ਸ਼ਬਦ ਦੀ ਜੋ ਚੋਟ ਸਹਾਰੇ ਉਹ ਹੀ ਪੂਰਨ ਸੰਤ ਹੁੰਦਾ ਹੈ। ਸੋ ਅਸੀਂ ਸਭ ਜੀਵਾਂ ਨੇ ਜਾਣਨਾ ਹੈ ਕਿ ਇਹ ਬਾਈਬਲ ਦੀ ਬਾਣੀ ਜਾਂ ਬਾਕੀ ਬਾਣੀਆਂ ਇਸ ਸ਼ਬਦ ਬਾਰੇ ਕੀ ਦੱਸ ਰਹੀਆਂ ਹਨ ਕਿ ਸ਼ਬਦ ਕੀ ਹੈ ਔਰ ਕਿਵੇਂ ਪ੍ਰਾਪਤ ਹੁੰਦਾ ਹੈ। ਦੁਨਿਆਵੀ ਹਿਸਾਬ ਨਾਲ ਸ਼ਬਦ ਦਾ ਅਰਥ ਅੱਖਰ, ਆਵਾਜ਼, ਕਲਾਮ, ਜ਼ਮੀਰ, ਬਚਨ, ਇਜ਼ਹਾਰ ਕਰਨਾ, ਤਕਰੀਰ ਕਰਨਾ ਆਦਿ ਹੈ ਜੋ ਬੋਲਿਆ ਜਾਏ।
ਜੋ ਸੁਣਨ ਵਿੱਚ ਆਏ, ਜਿਸ ਤੋਂ ਸਭ ਚੀਜ਼ਾਂ ਦੀ ਅਸਲੀਅਤ ਪ੍ਰਗਟ ਹੁੰਦੀ ਹੈ ਔਰ ਜੋ ਕਿਸੇ ਗੁਪਤ ਭੇਦ ਦੇ ਪ੍ਰਗਟ ਕਰਨ ਦੀ ਸਮਰੱਥਾ ਰੱਖਦਾ ਹੋਵੇ, ਉਹ ਸ਼ਬਦ ਹੈ। ਪਰ ਇਹਨਾਂ ਬਾਣੀਆਂ ਵਿੱਚ ਅਤੇ ਆਤਮਿਕ ਮੰਡਲਾਂ ਵਿੱਚ ਇਸ ਸ਼ਬਦ ਦੇ ਅਰਥ ਬੜੇ ਹੀ ਗੂੜ੍ਹੇ ਹਨ। ਇਹਨਾਂ ਬਾਣੀਆਂ ਮੁਤਾਬਕ ਸ਼ਬਦ ਹੀ ਕੁੱਲ ਮਾਲਕ ਪ੍ਰਭੂ ਪਰਮੇਸ਼ਰ ਹੈ, ਸਭ ਦੀ ਜਾਨ ਹੈ। ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਸ਼ਬਦ ਗੁਪਤ ਔਰ ਆਕਾਸ਼ ਸੀ ਔਰ ਆਪਣੇ ਆਪ ਵਿੱਚ ਅਸਥਿਤ ਸੀ। ਤਦ ਇਹ ਸ਼ਬਦ ਅਨਾਮ, ਅਲਖ, ਅਗਮ, ਅਕੈ ਅਤੇ ਅਕਥ ਸੀ। ਜਦ ਪ੍ਰਗਟ ਹੋਇਆ ਤਾਂ ਇਹ ਸ਼ਬਦ ਨਾਮ ਜਾਂ ਸ਼ਬਦ ਹੋਇਆ। ਸੋ ਸ਼ਬਦ ਤੋਂ ਪਹਿਲਾਂ ਨਾ ਕੋਈ ਸੂਰਜ ਸੀ, ਨਾ ਕੋਈ ਚੰਦ ਸੀ ਔਰ ਨਾ ਹੀ ਆਕਾਸ਼ ਸੀ। ਇਹ ਸ਼ਬਦ ਨਿਰਾਕਾਰ ਹੈ। ਇਹ ਸ਼ਬਦ ਅਸਲ ਵਿੱਚ ਚੇਤਨ ਹੈ। ਸਭ ਚੀਜ਼ਾਂ ਇਸ ਸ਼ਬਦ ਦੇ ਹੁਕਮ ਵਿੱਚ ਹਨ। ਕੋਈ ਵੀ ਚੀਜ਼ ਇਸ ਦੇ ਹੁਕਮ ਤੋਂ ਬਗੈਰ ਪ੍ਰਗਟ ਨਹੀਂ ਹੋ ਸਕਦੀ। ਇਹ ਸ਼ਬਦ ਸਭ ਦੀ ਜਾਨ, ਸਭ ਦਾ ਜੌਹਰ, ਸਭ ਦਾ ਮੂਲ ਔਰ ਸਭ ਦਾ ਖੁਲਾਸਾ ਹੈ। ਸਭ ਪ੍ਰਗਟ ਔਰ ਗੁਪਤ, ਸਭ ਕੁਝ ਇਸ ਦੇ ਹੀ ਆਸਰੇ ਹੈ। ਸ਼ਬਦ ਕੁੱਲ ਮਾਲਕ ਦੀ ਪਰਿਪੂਰਨ ਤਾਕਤ ਹੈ, ਜੋ ਖੰਡਾਂ ਬ੍ਰਹਿਮੰਡਾਂ ਨੂੰ ਲਈ ਖੜਾ ਹੈ। ਸ਼ਬਦ ਇਹ ਚੇਤਨ ਦੀ ਆਤਮਿਕ ਧਾਰਾ ਹੈ। ਇਹ ਧੁਨੀ ਸੈ ਥਰਥਰਾਹਟ ਹੈ। ਇਹ ਜੀਵਨ ਦੀ ਧਾਰਾ ਹੈ ਜੋ ਮਾਲਕ ਤੋਂ ਨਿਕਲ ਕੇ ਸਭ ਦੇ ਅੰਦਰ ਤੱਕ ਪਹੁੰਚ ਰਹੀ ਹੈ। ਇਹ ਸ਼ਬਦ ਇਸੇ ਧਾਰਾ ਨਾਲ ਪਰਮੇਸ਼ਰ ਸਾਰਾ ਜਹਾਨ ਪੈਦਾ ਕਰਦਾ ਹੈ ਤੇ ਇਸ ਦੀ ਸੰਭਾਲ ਕਰਦਾ ਹੈ। ਇਸ ਦੇ ਅੰਦਰ ਸਭ ਸ੍ਰਿਸ਼ਟੀ ਜ਼ਿੰਦਗੀ ਪਾ ਰਹੀ ਹੈ ਔਰ ਜੀਵ ਇਸ ਦੇ ਆਸਰੇ ਰਸਾਈ ਕਰਦਾ ਹੈ। ਇਸ ਕੁੱਲ ਮਾਲਕ ਦੀਆਂ ਧੁਨਕਾਰਾਂ ਯਾਨੀ ਧਾਰਾਵਾਂ ਰੇਡੀਓ ਵਾਂਗ ਸਭ ਪਾਸੇ ਪਸਰ ਰਹੀਆਂ ਹਨ ਤੇ ਇਸ ਕੁੱਲ ਮਾਲਕ ਦਾ ਜੋ ਰੂਹਾਨੀ ਰਾਗ ਸਭ ਪਾਸੇ ਹੋ ਰਿਹਾ ਹੈ, ਜਿਸ ਨੂੰ ਕੇਵਲ ਸੰਤ ਹੀ ਸੁਣ ਸਕਦੇ ਹਨ। ਜਦ ਤੱਕ ਰੇਡੀਓ ਦਾ ਸਟੇਸ਼ਨ ਸੈਟਅਪ ਨਾ ਕਰੀਏ ਤਾਂ ਅਸੀਂ ਗੀਤ ਨਹੀਂ ਸੁਣ ਸਕਦੇ। ਇਸੇ ਤਰ੍ਹਾਂ ਜਦ ਤੱਕ ਅਸੀਂ ਆਪਣੇ ਆਪ ਨੂੰ ਇਹ ਸੂਖਸ਼ਮ ਰਾਗ ਸੁਣਨ ਲਈ ਤਿਆਰ ਨਹੀਂ ਕਰਦੇ, ਇਹ ਰੂਹਾਨੀਅਤ ਦਾ ਰਾਗ ਸਾਨੂੰ ਸੁਣਾਈ ਨਹੀਂ ਦਿੰਦਾ। ਇਹ ਸ਼ਬਦ ਇੱਕ ਅਜਿਹੀ ਡੋਰੀ ਹੈ ਜੋ ਹਰੇਕ ਨੂੰ ਕੁੱਲ ਮਾਲਕ ਪ੍ਰਭੂ ਪਰਮੇਸ਼ਰ ਨਾਲ ਜੋੜਦੀ ਹੈ। ਕੁਦਰਤ ਦੀਆਂ ਸਭ ਤਾਕਤਾਂ, ਸਭ ਸਾਇੰਸਾਂ ਇਸੇ ਦੇ ਆਧਾਰ ਤੇ ਕੰਮ ਕਰ ਰਹੀਆਂ ਹਨ। ਸਾਡੇ ਪ੍ਰਾਣਾਂ ਵਿਚਲੀ ਸ਼ਕਤੀ ਵੀ ਇਸੇ ਸ਼ਬਦ ਦਾ ਯਹੂਰ ਹੈ। ਇਸੇ ਕਰਕੇ ਇਸ ਨੂੰ ਪ੍ਰਾਣਪਤੀ ਵੀ ਕਿਹਾ ਜਾਂਦਾ ਹੈ। ਸੋ ਸਵਾਲ ਇਹ ਸੀ ਕਿ ਸ਼ਬਦ ਕੀ ਹੈ ਔਰ ਕਿਵੇਂ ਔਰ ਕਿੱਥੋਂ ਪ੍ਰਾਪਤ ਹੋਏਗਾ। ਸ਼ਬਦ ਕਹਿਣ ਸੁਣਨ ਲਈ ਤਾਂ ਬੜਾ ਆਸਾਨ ਹੈ, ਪਰ ਇਸ ਦੀ ਠੀਕ ਸਮਝ ਇਸ ਦੇ ਨਾਮ ਦੀ ਕਮਾਈ ਵਾਲਿਆਂ ਕੋਲੋਂ ਹੀ ਆਉਂਦੀ ਹੈ। ਸ਼ਬਦ ਪਰਮੇਸ਼ਰ ਹੈ ਔਰ ਲੋਕ ਪਰਮੇਸ਼ਰ ਨੂੰ ਕਈ ਨਾਵਾਂ ਨਾਲ ਯਾਦ ਕਰਦੇ ਹਨ। ਯਹੂਦੀਆਂ, ਈਸਾਈਆਂ ਵਿੱਚ ਇਹ ਸ਼ਬਦ ਸਰੂਪ ਪਰਮੇਸ਼ਰ ਨੂੰ ਯਹੋਵਾ ਆਦਿ ਨਾਵਾਂ ਨਾਲ ਯਾਦ ਕਰਦੇ ਹਨ ਔਰ ਇਸ ਤੋਂ ਇਲਾਵਾ ਹਜ਼ਾਰਾਂ ਨਾਮ ਲੋਕ ਇਸ ਦੀ ਲੋਕ ਲੈ ਕੇ ਸਿਫਤ ਕਰਦੇ ਹਨ। ਰਾਮ, ਰਹੀਮ, ਈਸਾ, ਗਿਰਧਾਰੀ, ਮੁਰਾਰੀ, ਅੱਲਾ, ਖੁਦਾ, ਵਾਹਿਗੁਰੂ। ਮਤਲਬ ਇਸ ਪਰਮੇਸ਼ਰ ਦਾ ਹਰ ਕੋਈ ਆਪਣਾ ਹੀ ਨਾਮ ਪਿਆਰ ਨਾਲ ਰੱਖੀ ਕਰਦਾ ਹੈ। ਇਹ ਗੁਰੂ ਦੁਆਰਾ ਦੱਸਿਆ ਜਾਂਦਾ ਹੈ, ਗੁਰੂ ਕੋਲੋਂ ਪ੍ਰਾਪਤ ਹੁੰਦਾ ਹੈ ਔਰ ਇਹ ਸ਼ਬਦ ਨਾਮ ਸਿਮਰਨ ਦੀ ਕਮਾਈ ਦੁਆਰਾ ਪ੍ਰਾਪਤ ਹੋਏਗਾ। ਜੋ ਪ੍ਰਾਨੀ ਜੀਵ ਇਸ ਇੱਕ ਦੀ ਆਰਾਧਨਾ ਕਰਦੇ ਹਨ, ਇਸ ਇੱਕ ਦੀ ਆਰਾਧਨਾ ਕਰਦੇ ਹਨ, ਉਹ ਇਸ ਸ਼ਬਦ ਸਰੂਪ ਪਰਮੇਸ਼ਰ ਦੇ ਰੰਗ ਵਿੱਚ ਰੰਗੇ ਜਾਂਦੇ ਹਨ। ਇਸ ਦੀ ਜੁਗਤੀ ਪੂਰੇ ਗੁਰੂ ਕੋਲੋਂ ਮਿਲਦੀ ਹੈ। ਸੋ ਗੁਰੂ ਨਾਨਕ ਸਾਹਿਬ ਵੀ ਇਸ ਸ਼ਬਦ ਸਰੂਪ ਪਰਮੇਸ਼ਰ ਦੇ ਮਿਲਣ ਦੀ ਜੁਗਤੀ ਦੱਸਦੇ ਹੋਏ ਫਰਮਾ ਰਹੇ ਹਨ। ਸੁਖਮਣਾ ਇੜਾ ਪਿੰਗਲਾ ਬੂਝੇ ਜਾਂ ਆਪੇ ਅਲਖ ਲਖਾਏ, ਨਾਨਕ ਤਹਿ ਤੇ ਉੱਪਰ ਸਾਚਾ ਸਤਿਗੁਰ ਸ਼ਬਦ ਸਮਾਏ। ਮਤਲਬ ਸ਼ਬਦ ਭਾਵ ਪਰਮੇਸ਼ਰ ਦੀ ਪ੍ਰਾਪਤੀ ਦੇਹਧਾਰੀ ਸਤਿਗੁਰੂ ਕੋਲੋਂ ਹੀ ਪ੍ਰਾਪਤ ਹੋ ਸਕਦੀ ਹੈ। ਜਿਸ ਤਰ੍ਹਾਂ ਯਹੋਵਾ ਪ੍ਰਭੂ ਪਰਮੇਸ਼ਰ ਯਿਸੂ ਮਸੀਹ ਸ਼ਬਦ ਦੇਹਧਾਰੀ ਹੋਇਆ। ਚਾਹੇ ਕੋਈ ਕਿਸੇ ਵੀ ਬਾਹਰੀ ਧਰਮ ਨੂੰ ਮੰਨਦਾ ਹੋਏ, ਸੰਤ ਮਹਾਂਪੁਰਖ ਇਸ ਬਾਹਰੀ ਧਰਮ ਕਿਸੇ ਨੂੰ ਵੀ ਬਦਲਣ ਲਈ ਨਹੀਂ ਆਖਦੇ। ਹਰ ਜੀਵ ਪ੍ਰਾਨੀ ਆਪਣੇ ਇਸ ਬਾਹਰੀ ਧਰਮ ਵਿੱਚ ਰਹਿੰਦਾ ਹੋਇਆ ਪਰਮੇਸ਼ਰ, ਈਸ਼ਵਰ, ਅੱਲਾ, ਖੁਦਾ, ਵਾਹਿਗੁਰੂ ਨੂੰ ਪਾ ਸਕਦਾ ਹੈ। ਸਿਰਫ ਔਰ ਸਿਰਫ ਸਾਧ ਸੰਤ
ਸਾਧੂ ਸੰਤ ਕੋਲੋਂ ਇਸ ਦੀ ਯੁਕਤੀ ਪ੍ਰਾਪਤ ਕਰਨੀ ਹੁੰਦੀ ਹੈ। ਸੋ ਬਾਈਬਲ ਦੀ ਬਾਣੀ ਮੁਤਾਬਕ ਜੋ ਐਸਟੀ ਜੌਨ ਦੇ ਵਿੱਚ ਫਰਮਾ ਰਹੇ ਹਨ ਕਿ ਇਨ ਦਾ ਬਿਗਨਿੰਗ ਵਾਜ਼ ਵਰਡ and the word was with God and the word was God. The same was in the beginning with God. All things were made by him and without him was not anything made. ਮਤਲਬ ਆਦ ਵਿੱਚ ਸ਼ੁਰੂ ਵਿੱਚ ਸ਼ਬਦ ਸੀ, ਸ਼ਬਦ ਖੁਦਾ ਦੇ ਨਾਲ ਸੀ, ਸ਼ਬਦ ਹੀ ਖੁਦਾ ਸੀ। ਸ਼ੁਰੂ ਵਿੱਚ ਇਹ ਖੁਦਾ ਦੇ ਨਾਲ ਸੀ। ਇਸੇ ਸਭ ਤੋਂ ਸਭ ਚੀਜ਼ਾਂ ਜ਼ਾਹਿਰ ਹੋਈਆਂ ਤੇ ਇਸ ਤੋਂ ਸੁੱਟ ਕੋਈ ਐਸੀ ਚੀਜ਼ ਨਹੀਂ ਜੋ ਬਣੀ। ਅੱਗੇ ਬੋਲ ਰਹੇ ਹਨ, ਅੱਗੇ ਦੱਸ ਰਹੇ ਹਨ ਕਿ ਦਾ ਗ੍ਰੇਸ ਵਿਦਨ ਦਾ ਫਲੋਰ ਫੇਥ ਬਟ ਦਾ ਵਰਡ ਆਫ ਆਵਰ ਗॉड ਸ਼ੈਲ ਸਟੈਂਡ forever। ਮਤਲਬ ਘਾਹ ਸੁੱਕ ਜਾਂਦਾ ਹੈ, ਫੁੱਲ ਮੁਰਝਾ ਜਾਂਦੇ ਹਨ, ਪਰ ਮਾਲਕ ਦਾ ਸ਼ਬਦ, ਪਰਮੇਸ਼ਰ ਦਾ ਸ਼ਬਦ ਹਮੇਸ਼ਾ ਅਟਲ ਰਹੇਗਾ। ਨਾਓ ਦਾ ਪੈਰਾਬਲ ਇਜ਼ ਦਿਸ, ਦਾ ਸੀਡ ਇਜ਼ ਦਾ ਵਰਡ ਆਫ ਗॉड। ਮਤਲਬ ਇਸ ਤਮੀਲ ਦਾ ਤਾਤਪਰਜ ਇਹ ਹੈ ਕਿ ਬੀਜ ਮਾਲਕ ਦਾ ਸ਼ਬਦ ਹੀ ਹੈ। ਫਿਰ ਕਬੀਰ ਸਾਹਿਬ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸੇ ਪਾਤਸ਼ਾਹੀਆਂ, ਦਾਦੂ ਦਿਆਲ, ਭਗਤ ਨਾਮਦੇਵ ਜੀ, ਪਰਮ ਪਾਰਸ ਗੁਰੂ ਰਵਿਦਾਸ ਜੀ, ਤੁਲਸੀ ਜੀ, ਦਰਿਆ ਸਾਹਿਬ, ਪਲਟੂ ਸਾਹਿਬ ਤੇ ਹੋਰ ਸਭ ਸੰਤ ਸ਼ਬਦ ਦੀ ਤਾਲੀਮ ਦਿੰਦੇ ਆਏ ਹਨ। ਈਸਾਈ ਇਸ ਨੂੰ ਵਰਡ ਜਾਂ ਕਲਾਮ ਕਹਿੰਦੇ ਹਨ। ਸ਼ਬਦ ਇੱਕ ਐਸਾ ਮਜਬੂਨ ਹੈ ਜੋ ਕਦੀ ਲਿਖਣ ਜਾਂ ਬੋਲਣ ਵਿੱਚ ਨਹੀਂ ਆਇਆ। ਇਹ ਪਰਮੇਸ਼ਰ ਦੀ ਰੂਹ ਤੋਂ ਆਪਣੇ ਆਪ ਅੰਦਰ ਚੁੱਪ ਜਿਹਨੀ ਸਾਇਲੈਂਸ ਲਈ ਬੈਠਾ ਹੈ। ਅਸੀਂ ਇਸ ਨੂੰ ਸਮਝਣ ਲਈ ਕੇਵਲ ਇਤਨਾ ਹੀ ਆਖ ਸਕਦੇ ਹਾਂ ਕਿ ਸ਼ਬਦ ਕੁੱਲ ਮਾਲਕ ਪ੍ਰਭੂ ਪਰਮੇਸ਼ਰ ਦੀ ਪਰਿਪੂਰਨ ਤਾਕਤ ਹੈ ਜੋ ਖੰਡਾਂ ਬ੍ਰਹਮੰਡਾਂ ਨੂੰ ਲਈ ਖੜੀ ਹੈ, ਜੋ ਸਾਨੂੰ ਜੀਵਾਂ ਨੂੰ ਨਜ਼ਰ ਨਹੀਂ ਆਉਂਦੀ। ਇਹ ਚੇਤਨ ਦੀ ਆਤਮਕ ਧਾਰਾ ਹੈ, ਇਹ ਧੁਨੀ ਸਹਿਤ ਥਰਥਰਾਟ ਹੈ, ਇਹ ਜੀਵਨ ਦੀ ਧਾਰਾ ਹੈ ਜੋ ਮਾਲਕ ਤੋਂ ਨਿਕਲ ਕੇ ਸਭ ਜੀਵਾਂ ਦੇ ਅੰਦਰ ਤੱਕ ਪਹੁੰਚ ਰਹੀ ਹੈ। ਇਸੇ ਧਾਰਾ ਨਾਲ ਮਾਲਕ ਸਭ ਜਹਾਨ ਪੈਦਾ ਕਰਦਾ ਹੈ ਤੇ ਉਸ ਦੀ ਸੰਭਾਲ ਕਰਦਾ ਹੈ। ਇਸ ਦੇ ਅੰਦਰ ਸਭ ਸ੍ਰਿਸ਼ਟੀ, ਸਾਰਾ ਜਹਾਨ ਜ਼ਿੰਦਗੀ ਪਾ ਰਹੀ ਹੈ ਤੇ ਇਸ ਦੇ ਆਸਰੇ ਹਰੇਕ ਜੀਵ ਆਪਣੇ ਨਿਜ ਮੁਕਾਮ ਜਿਹੜੀ ਮਾਲਕ ਪਰਮੇਸ਼ਰ ਤੱਕ ਰਸਾਈ ਪਾ ਰਿਹਾ ਹੈ। ਇਸ ਸਭ ਸਰੂਪ ਪਰਮੇਸ਼ਰ ਦੀਆਂ ਲਹਿਰਾਂ ਰੇਡੀਓ ਵਾਂਗ ਸਭ ਪਾਸੇ ਪਸਰ ਰਹੀਆਂ ਹਨ, ਟੀਵੀ ਵਾਂਗ ਸਭ ਪਾਸੇ ਪੂਰੇ ਜਹਾਨ ਵਿੱਚ ਪਸਰ ਰਹੀਆਂ ਹਨ ਅਤੇ ਇਸ ਦੇ ਰੂਹਾਨੀ ਰਾਗ ਹੋ ਰਹੇ ਹਨ। ਜਦ ਤੱਕ ਸਾਡਾ ਹਿਰਦੇ ਰੂਪੀ ਰੇਡੀਓ ਠੀਕ ਤਰੀਕੇ ਨਾਲ ਇਸ ਨਾਲ ਨਾ ਜੁੜੇ, ਤਦ ਤੱਕ ਸਾਡੀ ਆਤਮਾ ਜਿਹੜੀ ਰੂਹ ਇਸ ਦੀ ਫ੍ਰੀਕੁਐਂਸੀ, ਇਸ ਦੀ ਸਾਊਂਡ ਨੂੰ ਨਹੀਂ ਪਕੜ ਸਕਦੀ। ਇਹ ਸ਼ਬਦ ਵਿੱਚ ਸਾਊਂਡ ਪ੍ਰਿੰਸੀਪਲ ਹੈ। ਜਿਸ ਤਰ੍ਹਾਂ ਅਸੀਂ ਸੂਖਸ਼ਮ ਤੋਂ ਸੂਖਸ਼ਮ ਹੁੰਦੇ ਜਾਂਦੇ ਹਾਂ, ਇਹ ਸ਼ਬਦ ਦੀਆਂ ਧੁਨਕਾਰਾਂ ਸਾਨੂੰ ਸਾਫ਼-ਸਾਫ਼ ਸੁਣਾਈਆਂ ਦੇਣੀਆਂ ਸ਼ੁਰੂ ਹੋ ਜਾਂਦੀਆਂ ਹਨ। ਸ਼ਬਦ ਇੱਕ ਐਸੀ ਡੋਰੀ ਹੈ ਜੋ ਹਰੇਕ ਨੂੰ ਕੁੱਲ ਮਾਲਕ ਪਰਮੇਸ਼ਰ ਨਾਲ ਜੋੜ ਰਹੀ ਹੈ। ਇਹ ਸ਼ਬਦ ਹੀ ਸਾਡਾ ਅੰਤਰੀਵ ਰੂਹਾਨੀ ਮਜ਼ਹਬ ਹੈ, ਰਿਲੀਜਨ ਹੈ, ਜਿਸ ਦੇ ਸਹੀ ਅਰਥ ਇਹ ਹਨ ਕਿ ਇਹ ਸਾਨੂੰ ਪ੍ਰਭੂ ਪਰਮੇਸ਼ਰ ਵਾਹਿਗੁਰੂ ਨਾਲ ਜੋੜ ਕੇ, ਈਸ਼ਵਰ ਅੱਲਾ ਗॉड ਨਾਲ ਜੋੜ ਕੇ ਕੁਦਰਤ ਦੀਆਂ ਸਭ ਤਾਕਤਾਂ ਇਸੇ ਸ਼ਬਦ ਦੇ ਆਧਾਰ ਤੇ ਕੰਮ ਕਰ ਰਹੀਆਂ। ਪ੍ਰਾਣਾਂ ਦੀ ਸ਼ਕਤੀ ਵੀ ਇਸੇ ਸ਼ਬਦ ਦਾ ਯਹੂਰ ਹੈ, ਜਲਵਾ ਹੈ ਜੋ ਇਸ ਮਾਇਆਵਈ ਸੰਸਾਰ ਵਿੱਚ ਮਾਇਆ ਦੇ ਮੰਡਲਾਂ ਦੇ ਅੰਦਰ ਕੰਮ ਕਰ ਰਿਹਾ ਹੈ। ਇਹ ਅਸਮਾਨੀ ਬਿਜਲੀ ਦੇ ਨਿਆਈ ਸਭ ਜਗ੍ਹਾ ਕਿਆ ਗੁਪਤ ਕਿਆ ਪ੍ਰਗਟ परिपूर्ण और सर्वशक्तिमान है। ये शब्द सबदा करता तरता और परमेश्वर है, ईश्वर अल्लाह गॉड है। शब्द लिखण पढ़न ते बोलन विच नहीं आ सकता। ये शब्द ही साडे अंदर बाहर और पूरे जहान विच काम कर रहा है। साडा अंदरला शब्द मां चेतन ते अपरंपार है, जो बाहरले कन्ना नाल नहीं सुनिया जा सकता, ना जुबान नाल बोलिया जा सकता है ते ना ही लिखण विच आ सकता है। मतलब यह अनरिटन ला ते अनस्पोकन लैंग्वेज है।